Welcome to my YouTube channel, students. Our today's topic is article. Article is a subtype of determiner. A determiner ਦੀ ਇੱਕ type ਹੈ. Determine is a word that determines a noun. ਤਾਂ ਅੱਜ ਦੇ ਵਿੱਚ ਆਪਾਂ ਕਰਾਂਗੇ ਬੇਟੇ article. Article is an at the. There are two types of articles. One is indefinite article, and the other is definite article. Indefinite article an and definite article is the. ਦੂਜੇ ਸ਼ਬਦਾਂ ਦੇ ਵਿੱਚ ਜੇ ਅਸੀਂ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂਗੇ ਕਿ ਜਿਹੜਾ indefinite ਹੈਗਾ that is used with a general noun when we have to generalize a noun ਤੇ the ਅਸੀਂ ਉੱਥੇ use ਕਰਦੇ ਹਾਂ where we have to specify a noun. ਤਾਂ ਡੈਫੀਨਿਟ ਆਰਟੀਕਲ the ਹੈ ਬੇਟੇ ਇਹ ਕਿਸੇ ਨਾਉਨ ਨੂੰ ਸਪੈਸੀਫਾਈ ਕਰਦਾ. ਸਪੈਸੀਫਾਈ ਕਰਨ ਦਾ ਮਤਲਬ ਕੀ ਹੈ ਉਹਦੀ ਕੋਈ ਸਪੈਸ਼ਲਿਟੀ ਦੱਸਦਾ ਹੈਗਾ. ਤੇ ਜਦੋਂ ਕਿ A ਤੇ N ਜਿਹੜੇ ਹੈਗੇ ਨੇ ਇਹ ਕਿਸੇ ਵੀ ਨਾਉਨ ਦੇ ਨਾਲ ਜਨਰਲੀ ਯੂਜ਼ ਹੁੰਦੇ ਨੇ. ਇੱਕ ਛੋਟੀ ਜਿਹੀ ਐਗਜ਼ਾਮਪਲ ਉਸ ਤੋਂ ਬਾਅਦ ਆਪਾਂ ਅੱਗੇ ਕਰਾਂਗੇ. ਤਾਂ ਦੇਖੋ ਆਪਾਂ ਇੱਕ ਸੈਂਟੈਂਸ ਲਿਖਦੇ ਆਂਗੇ ਰਮਨ is a smart boy. Boy is a noun. Smart is an adjective because it is telling the quality of noun. This is article. This is determiner और determiner ਦੀ type ਕਿਹੜੀ ਹੈਗੀ ਹੈ article. ਹੈ ਇਹ determiner ਔਰ ਇਹਦੀ sub type ਕਿਹੜੀ ਆ ਗਈ article. ਆਪਾਂ ਕਹਿੰਦੇ ਹਾਂ Raman is a smart boy. We are simply talking about a boy. Generally ਉਹਦੇ ਬਾਰੇ ਚ ਦੱਸ ਰਹੇ ਹੈਗਾ. ਬਟ ਇਸੇ ਸੈਂਟੈਂਸ ਨੂੰ ਜੇ ਅਸੀਂ ਇੱਦਾਂ ਲਿਖੀਏ ਕਿ ਰਮਨ ਇਜ਼ ਦ ਬੋਏ, ਰਮਨ ਇਜ਼ ਦ ਬੋਏ, ਰਾਈਟ, ਰਮਨ ਉਹ ਮੁੰਡਾ ਹੈ ਤਾਂ ਇੱਥੇ ਸਾਨੂੰ ਉਸ ਤੋਂ ਬਾਅਦ ਇਹਦੀ ਡਿਸਕ੍ਰਿਪਸ਼ਨ ਦੇਣੀ ਪੈਣੀ ਹੈ, ਉਹਦੀ ਕੋਈ ਸਪੈਸ਼ਲਿਟੀ ਦੱਸਣੀ ਪੈਣੀ ਹੈ ਕਿਉਂਕਿ ਜਦੋਂ ਅਸੀਂ ਬੋਏ ਦੇ ਅੱਗੇ ਦ ਯੂਜ਼ ਕਰ ਲਿਆ ਤਾਂ ਦ ਨੇ ਬੋਏ ਨੂੰ ਸਪੈਸੀਫਿਕ ਬਣਾਤਾ, ਸਪੈਸੀਫਾਈ ਕਰਤਾ, ਸਪੈਸੀਫਿਕ ਬਣਾਤਾ, ਉਹਨੂੰ ਖਾਸ ਬਣਾਤਾ. ਤਾਂ ਉਸ ਤੋਂ ਬਾਅਦ ਸਾਨੂੰ ਇਹਦੇ ਬਾਰੇ ਚ ਰਮਨ ਇਜ਼ ਦ ਬੋਏ who stole my purse. ਰਮਨ ਉਹ ਮੁੰਡਾ ਜਿਹਨੇ ਮੇਰਾ ਪਰਸ ਚੋਰੀ ਕੀਤਾ ਸੀ. ਠੀਕ ਹੈ, ਚਲੋ ਇੱਕ ਨੈਗੇਟਿਵ ਜਿਹਾ ਸੈਂਟੈਂਸ ਲਿਖਿਆ ਗਿਆ. ਐਨੀਹਾਓ ਤਾਂ ਸਿਰਫ ਇਹ ਦੱਸਣ ਦਾ ਹੈ ਬੇਟੇ ਕਿ ਜਿਹੜਾ ਦ ਹੈ ਦ ਹਮੇਸ਼ਾ ਨਾਉਨ ਨੂੰ ਸਪੈਸੀਫਾਈ ਕਰ ਦਿੰਦਾ. ਦੈਨ ਵੀ ਹੈਵ ਟੂ ਟਾਕ ਸਮਥਿੰਗ ਸਪੈਸ਼ਲ ਅਬਾਊਟ ਦੈਟ ਨਾਉਨ. ਨੈਕਸਟ ਦ ਦਾ ਯੂਜ਼ ਕਿੱਥੇ ਹੁੰਦਾ ਹੈ, ਆਪਾਂ ਕਿੱਦਾਂ ਸਪੈਸੀਫਾਈ ਕਰਦੇ ਹਾਂ. ਆਪਾਂ ਕਹਿੰਦੇ ਆਂਗੇ once there was a king. ਆਪਾਂ ਇੱਕ ਰਾਜੇ ਦੇ ਬਾਰੇ ਚ ਲਿਖ ਰਹੇ ਆਂਗੇ. we are writing about a king ਔਰ ਆਪਾਂ ਇੱਕ ਜਨਰਲ ਉਹਦੇ ਬਾਰੇ ਚ ਲਿਖਦਾ once there was a king. ਨੈਕਸਟ ਹੁਣ ਆਪਾਂ ਉਸੇ ਕਿੰਗ ਦੀ ਗੱਲ ਕਰ ਰਹੇ ਹਾਂ the king. ਹੁਣ ਤੁਹਾਨੂੰ ਰਿਪੀਟ ਕਰਾਂਗੇ ਬੇਟੇ ਜਦੋਂ ਉਸੇ ਨਾਉਨ ਨੂੰ ਜਦੋਂ ਰਿਪੀਟ ਕਰਾਂਗੇ ਤਾਂ ਆਪਾਂ ਉੱਥੇ ਦ ਲਾਵਾਂਗੇ ਬਿਕਾਜ਼ ਵੀ ਆਰ ਟਾਕਿੰਗ ਅਬਾਊਟ ਅ ਸਪੈਸੀਫਿਕ ਕਿੰਗ. ਉਹ ਕਿੰਗ ਜਿਹਦੀ ਗੱਲ ਆਪਾਂ ਪਹਿਲੇ ਸੈਂਟੈਂਸ 'ਚ ਕਰ ਚੁੱਕੇ ਹਾਂ. ਦ ਕਿੰਗ ਵਾਜ਼ ਵੈਰੀ ਕਾਈਂਡ ਐਂਡ ਜਸਟ. ਹੀ had a daughter. ਰਾਈਟ, ਹੁਣ ਅਗਲਾ ਨਾਉਨ ਆ ਗਿਆ ਬੇਟੇ ਡਾਟਰ. ਡਾਟਰ ਜਨਰਲੀ ਆਪਾਂ ਗੱਲ ਕਰ ਰਹੇ ਹਾਂਗੇ. ਹੁਣ ਜੇ ਆਪਾਂ ਡਾਟਰ ਨੂੰ ਹੀ ਰਿਪੀਟ ਕਰਦੇ ਆਂਗੇ ਦ ਡਾਟਰ, ਆਪਾਂ ਉਸੇ ਡਾਟਰ ਦੀ ਕੋਈ ਗੱਲ ਕਰ ਰਹੇ ਹਾਂ ਤਾਂ ਇਹਨੂੰ ਆਪਾਂ ਸਪੈਸੀਫਾਈ ਕਰਾਂਗੇ. ਤਾਂ ਮੀਨਿੰਗ ਇਹ ਹੋਇਆ ਵੈਨ ਵੀ ਆਰ ਰਾਈਟਿੰਗ ਅ ਪੈਰਾਗ੍ਰਾਫ ਔਰ ਵੀ ਆਰ ਰਾਈਟਿੰਗ ਅ ਸਟੋਰੀ ਤਾਂ ਉਹਦੇ ਵਿੱਚ ਜਦੋਂ ਅਸੀਂ ਫਸਟ ਟਾਈਮ ਕਿਸੇ ਵੀ ਨਾਉਨ ਨੂੰ ਇੰਟਰੋਡਿਊਸ ਕਰਨਾ ਹੈਗਾ ਤਾਂ ਉਦੋਂ ਅਸੀਂ ਇੱਕ ਜਨਰਲ ਜਿਹੜਾ ਹੈ ਆਰਟੀਕਲ ਯੂਜ਼ ਕਰਾਂਗੇ ਏ ਜਾਂ ਐਨ. ਜਦੋਂ ਉਸੇ ਨਾਉਨ ਨੂੰ ਅਸੀਂ ਦੁਬਾਰਾ ਯੂਜ਼ ਕਰਨਾ ਹੈਗਾ, ਦੁਬਾਰਾ ਉਸੇ ਨਾਉਨ ਨੂੰ ਰਿਪੀਟ ਕਰ ਰਹੇ ਹਾਂ ਅਸੀਂ ਉਸੇ ਸਟੋਰੀ ਦੇ ਵਿੱਚ, ਉਸੇ ਪੈਰਾਗ੍ਰਾਫ ਦੇ ਵਿੱਚ, ਦੈਨ ਵੀ ਹੈਵ ਟੂ ਯੂਜ਼ ਦ.
ठीक है, द डॉटर वॉज वेरी क्लेवर, वट एवर ਆਪਾਂ इदा ही लिख रहे हैं, राइट। ਤਾਂ पहली गल ये कि ਜਿਹੜਾ ए है ਜਾਂ एन है, राइट। दूसरा है द स्पेसिफिक है, स्पेसिफिक आर्टिकल है। ए ते एन की नेंगे जनरल आर्टिकल्स, ਇਸੇ ਲਈ ਇਹਨਾਂ ਨੂੰ ਇਨਡੈਫੀਨਿਟ ਆਰਟੀਕਲ ਕਿਹਾ ਜਾਂਦਾ ਹੈਗਾ ਗ੍ਰਾਮਰ ਦੇ ਵਿੱਚ। ਇਹਨੂੰ ਕਿਹਾ ਜਾਂਦਾ ਹੈਗਾ ਦ ਨੂੰ ਡੈਫੀਨਿਟ ਆਰਟੀਕਲ। ਹੁਣ ਨੈਕਸਟ ਆਪਣਾ ਹੈ ਕਿ ਆਪਾਂ ਇਹਨਾਂ ਨੂੰ ਯੂਜ਼ ਕਿੱਦਾਂ ਕਰਨਾ ਹੈਗਾ, ਹਾਊ ਟੂ ਯੂਜ਼। ਆਪਾਂ ਨੂੰ ਕੀ ਪਤਾ ਲੱਗੇਗਾ ਕਿਹੜੇ ਨਾਉਨ ਦੇ ਅੱਗੇ ਅਸੀਂ ਏ ਤੇ ਐਨ ਲਾਉਣਾ ਔਰ ਕਿਸ ਨਾਉਨ ਦੇ ਅੱਗੇ ਅਸੀਂ ਦ ਯੂਜ਼ ਕਰਨਾ ਹੈ। ਲੈਟਸ ਸੀ ਏ ਐਨ both are used in front of a singular and countable noun. The jada hai, it is used with singular as well as plural noun, countable as well as uncountable noun. क्लियर। देखो ए और एन का एक सिंपल जा मीनिंग है सिंगल, वी आर टॉकिंग अबाउट समथिंग दैट इज वन। ਤਾਂ ਸਿੰਗੂਲਰ ਆਪੇ 1 ਹੁੰਦਾ ਹੈਗਾ ਔਰ 1 2 3 ਅਸੀਂ ਉਸੇ ਨੂੰ ਕਰਦੇ ਹਾਂ ਜਿਹੜੀ ਚੀਜ਼ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ, ਰਾਈਟ। ਤਾਂ ਇਹ ਤਾਂ ਬੜੀ ਸਿੰਪਲ ਜੀ ਗੱਲ ਹੈ ਕਿ ਏ ਐਨ ਆਰ ਯੂਜ਼ਡ ਵਿਦ ਸਿੰਗੂਲਰ ਨਾਊਨਸ ਦੈਟ ਆਰ countable also, and the is used with singular, plural, countable as well as uncountable nouns. Now the next thing is where to use a and where to use n. Here we have to look at the pronunciation of a noun. n ਅਸੀਂ ਉੱਥੇ use ਕਰਨਾ ਹੈਗਾ, ਠੀਕ ਹੈ, ਜਿੱਥੇ noun ਜਿਹੜਾ ਹੈਗਾ noun ਦੀ initial sound, where initial sound of noun is vowel sound. ਤੇ ਇਹ ਅਸੀਂ ਉੱਥੇ ਯੂਜ਼ ਕਰਨਾ ਹੈਗਾ where initial sound is a consonant sound. ਇਹ ਆਪਾਂ very first video ਦੇ ਵਿੱਚ ਕੀਤਾ ਸੀਗਾ consonant and vowel sounds. consonant sounds ਕਿਹੜੀਆਂ? a box, b, a ਕੀ ਸੀ? an apple, a b, c करिए a car, d करिए a dog, d तो बाद की आउंदा e, an egg. I hope clear रहेगा ਤੁਹਾਨੂੰ। ink pot, an umbrella, an A-E-I-O, an old man. ਬਾਕੀ ਜਿਹੜੇ ਨੇ ਕੌਨਸੋਨੈਂਟ ਤੇ ਹੈਗੇ ਹੀ ਨਹੀਂ, ਠੀਕ ਹੈ। a fish, a chair, a table. ਹੁਣ ਆਪਾਂ ਗੱਲ ਕਰੀਏ, ਆਪਾਂ ਸਿਰਫ ਸਾਊਂਡਸ ਦੀ ਗੱਲ ਕਰਨੀ। ਹੁਣ ਲੈਟਰਸ ਜਿਹੜੇ ਨੇਗੇ, ਲੈਟਰਸ ਤਾਂ ਹੈਗੇ ਨੇ A-E-I-O-U, ਕਿਹੜੇ ਲੈਟਰਸ? ਵੋਵਲ ਲੈਟਰਸ। ਲੀਵ ਇਟ, ਇਹ ਤਾਂ ਕਲੀਅਰ ਹੋ ਗਿਆ ਕੌਨਸੋਨੈਂਟ ਸਾਊਂਡਸ ਨੇ। ਹੁਣ ਆਪਾਂ ਗੱਲ ਕਰ ਰਹੇ ਹਾਂਗੇ ਵੋਵਲ ਲੈਟਰਸ। ਵੋਵਲ ਲੈਟਰਸ ਨੇਗੇ ਇਹ ਵਾਲੇ, ਬਟ ਵੀ ਹੀਅਰ ਹੈਵ ਟੂ ਟੇਕ ਕੇਅਰ ਆਫ ਦ ਵੋਵਲ ਸਾਊਂਡ, ਨੋਟ ਦ ਲੈਟਰਸ। ਕਿੱਦਾਂ? ਦੇਖੋ ਹੁਣ ਆਪਾਂ ਇੱਕ ਵਰਡ ਲਿਖਿਆ ਡੈਸ਼, old lady, same लिखिया it is O, it's a vowel letter, okay, it's O, it's a vowel letter, but हो की रहेगा बेटे ਜਦੋਂ ਅਸੀਂ ਇਹਨੂੰ ਪ੍ਰੋਨਾਉਂਸ ਕਰਦੇ ਹਾਂਗੇ, it is old, O, so sound is vowel sound. So we will write
an old lady. ਪਰ ਜਦੋਂ ਅਸੀਂ ਇਹਨੂੰ ਪ੍ਰੋਨਾਉਂਸ ਕੀਤਾ, it is not on, it is one. So w is a consonant sound. ਤਾਂ ਜਦੋਂ ਇਹ consonant sound ਹੈ, we will use a. Is it clear? ਬਹੁਤ ਸਾਰੀਆਂ ਐਗਜ਼ਾਮਪਲਸ ਨੇਗੀਆਂ। ਆਪਾਂ ਲਿਖ ਦਿਆਂਗੇ ਡੈਸ਼ ਮੈਂ। ਹੁਣ H ਹੈ, H is a consonant letter, but ਇਹਦੀ pronunciation ਕੀ ਹੈਗੀ? H is silent always, it is honest, honest. ਤਾਂ O ਕੀ ਹੈਗਾ? An honest, vowel sound ਹੈ। Hour, not hour, ਇਹਨੂੰ H ਤਾਂ pronounce ਹੁੰਦੀ ਹੋਈ ਨਹੀਂ ਇਹਦੇ ਵਿੱਚ, an hour. I will be back in an hour. ਇਸੇ ਤਰੀਕੇ ਦੇ ਨਾਲ ਆਪਾਂ ਲਿਖਿਆ word my sister is ਆਪਾਂ ਕੁਆਲੀਫਿਕੇਸ਼ਨ ਲਿਖ ਰਹੇ ਹਾਂਗੇ my sister is dash MA B.Ed। ਆਪਾਂ ਦੇਖਿਆ ਕਿ M ਹੈ, ਬਟ ਜਦੋਂ ਇਹਨੂੰ ਅਸੀਂ ਪ੍ਰੋਨਾਉਂਸ ਕੀਤਾ ਤਾਂ ਕੀ ਸੀ? M ਇਹ ਇੱਕ ਸਵਰ ਹੈ, ਇਹ ਇੱਕ ਵੋਵਲ ਸਾਊਂਡ ਹੈ। ਸੋ an MA B.Ed। ਇੱਕੋ ਹੀ ਫੰਡਾ ਯਾਦ ਰੱਖਣਾ ਹੈਗਾ ਇਹਦੇ ਵਿੱਚ ਕਿ ਜਦੋਂ ਆਪਾਂ A ਤੇ an ਆਰਟੀਕਲ ਦਾ ਯੂਜ਼ ਕਰ ਰਹੇ ਹਾਂਗੇ, we have to look at the vowel sound, not vowel letter। ਅਸੀਂ ਇਹ ਨਹੀਂ ਦੇਖਣਾ ਹੈਗਾ ਕਿ AEIOU ਲੱਗਿਆ, ਠੀਕ ਹੈ, ਜਾਂ ਜਿੱਦਾਂ ਇੱਥੇ ਕੌਨਸੋਨੈਂਟ ਲੱਗਿਆ ਹੈਗਾ। ਨੋ, we have to concentrate on the vowel sound। ਆਪਾਂ ਕਿਸ ਚੀਜ਼ ਤੇ ਕੰਸਨਟਰੇਟ ਕਰਨਾ ਹੈਗਾ? vowel sound। ਆਈ ਹੋਪ ਇੱਥੇ ਤੱਕ ਕਲੀਅਰ ਹੈਗਾ। ਨੈਕਸਟ ਆਪਣਾ ਹੈ the use of the। ਅਸੀਂ the ਨੂੰ ਕਿੱਥੇ ਕਿੱਥੇ ਯੂਜ਼ ਕਰਨਾ? ਇੱਕ ਤਾਂ the ਦਾ ਯੂਜ਼ ਤੁਹਾਨੂੰ ਦੱਸਿਆ ਜਾ ਚੁੱਕਿਆ ਹੈਗਾ ਕਿ ਜਦੋਂ ਅਸੀਂ ਸਪੈਸੀਫਾਈ ਕਰਨਾ ਹੈਗਾ, ਠੀਕ ਹੈ। ਦੂਸਰਾ, the is always used with all the unique objects, with all the heavenly bodies, the sun, the moon, the universe, right? ਯੂਨੀਕ ਆਬਜੈਕਟਸ ਵੀ ਇਹੀ ਆਉਣਗੇ ਜਿਹੜੀਆਂ ਚੀਜ਼ਾਂ ਆਪਣੇ ਕਿਸਮ ਦੀਆਂ ਬਿਲਕੁਲ ਇਕੱਲੀਆਂ ਨਹੀਂ। with all the names of oceans, the Pacific, the Atlantic, the Red Sea, the Caspian Sea, with oceans and seas, the Pacific Ocean, oceans ਦੇ ਨਾਮ ਦੇ ਨਾਲ। ਨੈਕਸਟ ਇਹਨੇ ਯੂਜ਼ ਹੋਣਾ ਹੈ with the names of rivers, ਮਤਲਬ ਕਿ ਵਾਟਰ ਬੋਡੀਜ਼, ਰਾਈਟ। ਰਿਵਰਸ ਆਪਾਂ ਕਹਿੰਦੇ the ਬਿਆਸ, the Sabarmati, right? with the mountain ranges। ਹੁਣ ਜੇ ਦੇਖਿਆ ਜਾਵੇ ਤਾਂ ਇਹ ਸਾਰੇ ਕੀ ਆ ਗਏ? ਪਹਿਲੇ 'ਚ ਹੀ ਆ ਗਏ ਯੂਨੀਕ ਆਬਜੈਕਟਸ ਨੇ ਇਹ, ਰਾਈਟ। the Himalayas, the Aravalli ranges, mountain ranges ਜਿੰਨੀਆਂ ਵੀ ਹੈਗੀਆਂ। ਉਸ ਤੋਂ ਬਾਅਦ ਹੈਗਾ with the names of the holy books, holy books ਨੇਗੀਆਂ ਜਿਹੜੀਆਂ, ਠੀਕ ਹੈ। ਆਪਾਂ ਕਹਿੰਦੇ the Bible, the Gita, the Quran, right? the Vedas, the Upanishads, ਸਾਰੀਆਂ, ਠੀਕ ਹੈ। ਇੱਕ ਐਡਜੈਕਟਿਵਸ ਦੇ ਵਿੱਚ ਦੱਸਦਾ ਸੀਗਾ with all the superlative degrees, ਜਦੋਂ ਵੀ ਅਸੀਂ ਕੋਈ ਸੁਪਰਲੇਟਿਵ ਡਿਗਰੀ ਲਿਖਣੀ ਹੈਗੀ। the longest, EST ਲੱਗ ਗਿਆ। the most useful, right? ਹੋਰ ਦਾ ਯੂਜ਼ ਹੁੰਦਾ ਹੈਗਾ with all the musical instruments and with the ordinals, ordinal numbers। ਹੁਣ ordinal numbers ਕਿਹੜੇ ਨੇਗੇ ਬੇਟੇ? the first, the second, the third, the fourth, the last, right? So on, with all the musical instruments।
Musical instruments. The sitar, the veena, right? ਹੁਣ ਆਪਾਂ ਕਰਦੇ ਹਾਂ ਬੇਟੇ ਕਿ ਜਿਹੜਾ ਦ ਹੈ ਕਿੱਥੇ ਆਪਾਂ ਯੂਜ਼ ਨਹੀਂ ਕਰਨਾ. ਡੂ ਨਾਟ ਯੂਜ਼ ਦ ਨੂੰ ਅਸੀਂ ਯੂਜ਼ ਨਹੀਂ ਕਰਨਾ. ਕਿੱਥੇ ਨਹੀਂ ਕਰਨਾ ਬੇਟੇ? ਵਿਦ ਆਲ ਦਾ ਪ੍ਰੋਪਰ ਨਾਊਨਸ. ਪ੍ਰੋਪਰ ਨਾਊਨ ਦੇ ਨਾਲ ਕਦੇ ਵੀ ਦ ਨਹੀਂ ਲਾਉਣਾ. ਵਿਦ ਦ ਨੇਮ ਆਫ ਲੈਂਗੁਏਜਿਸ. ਆਈ ਐਮ learning French, right? The French नहीं आएगा. Before the relations, I love my mother. कदे नहीं द लाना. Uncle, aunt, grandfather, grandmother कुछ भी है. With meals, breakfast, lunch, I'm taking lunch. I'm taking the lunch नहीं आएगा. फिर ਜਦੋਂ ਵੀ ਆਪਾਂ ਕਿਸੇ ਮਟੀਰੀਅਲ ਦੀ ਗੱਲ ਕਰ ਰਹੇ ਹਾਂ, ਜਿੱਦਾਂ ਆਪਾਂ ਕਹੀਏ ਕਿ gold is a precious metal. We are talking about the quality of a material. ਠੀਕ ਹੈ, ਤਾਂ ਉੱਥੇ ਕਦੇ ਵੀ ਅਸੀਂ ਗੋਲਡ ਦੇ ਅੱਗੇ ਅਸੀਂ ਦ ਨਹੀਂ ਲਾਵਾਂਗੇ. ਆਪਾਂ ਗੱਲ ਕਰ ਰਹੇ ਹਾਂਗੇ ਸ਼ੂਗਰ ਇਜ਼ not good for health. ਠੀਕ ਹੈ, we are simply talking about the quality of sugar. ਇਸੇ ਤਰੀਕੇ ਨਾਲ ਜਿਹੜੇ abstract noun ਨੇਗੇ, ਜਿੱਦਾਂ wisdom is a heavenly gift, right? ਤਾਂ ਆਪਾਂ wisdom ਦੀ ਗੱਲ ਕਰ ਰਹੇ ਹਾਂ. abstract nouns ਦੇ ਨਾਲ ਦ ਜਿਹੜਾ ਹੈ ਉਹ ਯੂਜ਼ ਨਹੀਂ ਆਏਗਾ. honesty is the best policy. ਆਪਾਂ ਦ honesty ਕਦੇ ਨਹੀਂ ਕਹਿੰਦੇ. honesty is the best policy. ਦੇਖੋ ਇੱਥੇ ਲਾਇਆ ਕਿਉਂ? best superlative ਹੈ. is the best policy. Last but not the least, the is not used with places, with words, with nouns that we used for places. Places ਕਿੱਦਾਂ ਬੇਟਾ? School, I'm going to school. Hospital. ਠੀਕ ਹੈ, ਇਹ ਜਿਹੜੇ ਵਰਡਸ ਨੇਗੇ ਜਦੋਂ ਆਪਾਂ ਪਲੇਸਿਸ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਪਲੇਸਿਸ ਦੇ ਨਾਲ ਅਸੀਂ ਕਦੇ ਵੀ ਜਿਹੜਾ ਹੈ ਦ ਨਹੀਂ ਲਾਵਾਂਗੇ. ਕਦੋਂ ਨਹੀਂ ਲਾਉਣਾ? when we are using, right? when we are using those places for their primary purpose. ਹੁਣ ਇਹਨੂੰ ਡਿਫਾਈਨ ਕਰਦੇ ਹਾਂ ਆਪਾਂ, right? ਦੇਖੋ, I am going to school. ਮੈਂ ਸਕੂਲ ਜਾ ਰਹੀ ਹਾਂ, ਇਹਦਾ ਮਤਲਬ ਜਾਂ ਮੈਂ ਟੀਚਰ ਹਾਂ ਉੱਥੇ, ਤੇ ਜਾਂ ਮੇਰਾ ਉੱਥੇ ਕੋਈ ਕੰਮ ਹੈਗਾ, ਜਾਂ ਮੈਂ ਉੱਥੇ ਸਟੂਡੈਂਟ ਹੈ. ਪਰ ਜਦੋਂ ਆਪਾਂ ਇਹ ਕਹੀਏ, ਠੀਕ ਹੈ, the school is near my house, ਤਾਂ ਇੱਥੇ ਆਪਾਂ ਸਕੂਲ ਦੀ ਅਦਰਵਾਈਜ਼ ਗੱਲ ਕਰ ਰਹੇ ਹਾਂਗੇ. ਇੱਥੇ ਤਾਂ ਪ੍ਰਾਇਮਰੀ ਪਰਪਸ ਦੀ ਗੱਲ ਨਹੀਂ ਹੋ ਰਹੀ ਹੈਗੀ. ਇੱਥੇ ਤਾਂ ਆਪਾਂ ਕਹਿ ਰਹੇ ਹਾਂ ਨਾ, I am going to school, ਕਿਉਂਕਿ ਮੈਂ ਸਕੂਲ ਜਾ ਰਹੀ ਹਾਂ ਤਾਂ ਜਾ ਰਹੀ ਹਾਂਗਾ ਮੈਂ ਜ਼ਰੂਰ ਉੱਥੇ ਪੜ੍ਹਨ ਦੇ ਲਈ ਜਾ ਰਹੀ ਹਾਂਗਾ, ਜਾਂ ਮੈਂ ਆਪਣਾ ਹੈ ਟੀਚਰ ਹਾਂ ਉੱਥੇ, ਜਾਂ ਮੈਂ ਸਟੂਡੈਂਟ ਹਾਂ, ਜਾਂ ਮੈਂ ਉੱਥੇ ਕੋਈ ਹੋਰ ਕੰਮ ਕਰ ਰਿਹਾ ਹੈਗਾ. ਠੀਕ ਹੈ, I learn English at school. ਪਤਾ ਹੀ ਹੈ ਸਕੂਲ ਕਾਹਦੇ ਲਈ ਹੈਗਾ? for learning. ਠੀਕ ਹੈ, we go to church at Sundays. ਅਸੀਂ ਐਤਵਾਰ ਨੂੰ ਚਰਚ ਜਾਂਦੇ ਹਾਂ. ਠੀਕ ਹੈ, ਪਰ ਜੇ ਮੈਂ ਇਸੇ ਸੈਂਟੈਂਸ ਨੂੰ ਆਪਾਂ ਇੱਦਾਂ ਲਿਖੀਏ, I met my teacher at, ਮੈਨੂੰ ਮੇਰਾ
टीचर मिलिया, ठीक है, सॉरी नॉट एट, आई मैट माई टीचर इन द हॉस्पिटल, आप जगह का नाम ही लिख रहे हैं, हॉस्पिटल इज ऑल्सो प्लेस, ठीक है। आई विल गो टू हॉस्पिटल, आई विल गो टू हॉस्पिटल इफ आई एम सिक। ਹੁਣ ਆ ਦੋਵੇਂ ਸੈਂਟੈਂਸਸ ਨੂੰ ਕੰਪੇਅਰ ਕਰੋ, ਕਿਉਂਕਿ ਹਸਪੀਟਲ ਅਸੀਂ ਤਾਂ ਹੀ ਜਾਵਾਂਗੇ ਜੇ ਬਿਮਾਰ ਹਾਂ, ਤਾਂ ਇਹ ਪ੍ਰਾਇਮਰੀ ਪਰਪਸ ਹੋ ਗਿਆ। ਹੁਣ ਆਈ ਮੈਟ ਮਾਈ ਟੀਚਰ ਇਨ ਦ ਹਸਪੀਟਲ, ਹਸਪੀਟਲ ਤੇ ਟੀਚਰ ਦਾ ਕੋਈ ਰਿਲੇਸ਼ਨ ਨਹੀਂ ਹੈਗਾ, ਠੀਕ ਹੈ, ਕਿਉਂਕਿ ਉਹਦਾ ਪ੍ਰਾਇਮਰੀ ਪਰਪਸ ਤਾਂ ਨਹੀਂ ਸੀਗਾ, ਉੱਥੇ ਟੀਚਰ ਨੂੰ ਮਿਲਣ ਜਾਣਾ ਮੇਰਾ ਪਰਪਸ ਨਹੀਂ ਸੀਗਾ, ਮੈਂ ਤਾਂ ਉਹਦੇ ਕਿਸੇ ਹੋਰ ਕੰਮ ਗਿਆ ਸੀ। ਪਰ ਜੇ ਮੈਨੂੰ, ਮੈਂ ਸੈਂਟੈਂਸ ਦੇ ਵਿੱਚ ਇਹ ਲਿਖ ਰਿਹਾ ਕਿ ਮੈਨੂੰ ਟੀਚਰ ਮਿਲਿਆ, ਤਾਂ ਕੀ ਹੋ ਗਿਆ ਬੇਟੇ, ਇੱਥੇ ਫਿਰ ਆਪਾਂ ਦ ਦਾ ਯੂਜ਼ ਕਰਾਂਗੇ। ਵਨ ਮੋਰ ਐਗਜ਼ਾਮਪਲ, my uncle is still in hospital, ठीक है, मेरा अंकल हाले भी हॉस्पिटल च, तो जरूर वो बीमार होनेगा या कुछ भी होनेगा, ठीक है। आई वेंट टू द हॉस्पिटल, सेम सेंटेंस लिख रहे हैं, टू सी माई अंकल। ਹੁਣ ਇੱਥੇ ਮੈਂ ਗਿਆ ਹਸਪੀਟਲ, ਜੇ ਤਾਂ ਮੈਂ ਉੱਥੇ ਦੇ ਪ੍ਰਾਇਮਰੀ ਪਰਪਸ ਦੇ ਲਈ ਜਾਣਾ, ਪ੍ਰਾਇਮਰੀ ਪਰਪਸ ਕੀ ਹੈਗਾ, ਆਪਾਂ ਇਹ ਵੀ ਲਿਖ ਦਿਆ ਸੈਂਟੈਂਸ, ਆਈ ਵੈਂਟ ਟੂ ਹਸਪੀਟਲ ਟੂ ਕੰਸਲਟ ਅ ਡਾਕਟਰ। ਹੁਣ ਜੇ ਮੈਂ ਹਸਪੀਟਲ ਡਾਕਟਰ ਨੂੰ ਕੰਸਲਟ ਕਰਨ ਜਾ ਰਹੀ ਹਾਂ, ਤਾਂ ਅਸੀਂ ਹਸਪੀਟਲ ਜਾ ਰਹੇ ਹਾਂਗੇ, ਇਟ ਇਜ਼ ਦ ਪ੍ਰਾਇਮਰੀ ਪਰਪਸ ਆਫ ਅ ਹਸਪੀਟਲ, ਇਹ ਪ੍ਰਾਇਮਰੀ ਫੰਕਸ਼ਨ ਹੈਗਾ। ਹੁਣ ਜੇ ਮੈਂ ਕਹਿ ਰਿਹਾ ਆਈ ਵੈਂਟ ਟੂ ਦ ਹਸਪੀਟਲ ਟੂ ਸੀ ਮਾਈ ਅੰਕਲ, ਅੰਕਲ ਨੂੰ ਮਿਲਣ ਦੀ ਕੋਈ ਜਗ੍ਹਾ ਤਾਂ ਹੈ ਨਹੀਂ ਗੀ, ਰਾਈਟ, ਤਾਂ ਅਸੀਂ ਕਾਹਦੇ ਲਈ ਜਾ ਰਹੇ ਹਾਂ, ਅਸੀਂ ਕਿਸੇ ਸਪੈਸੀਫਿਕ ਪਰਪਸ ਦੇ ਲਈ ਜਾ ਰਹੇ ਹਾਂ। ਫਿਰ ਗੱਲ ਉਹੀ ਆ ਗਈ ਕਿ ਜਦੋਂ ਸਪੈਸੀਫਿਕ ਗੱਲ ਹੋ ਰਹੀ ਹੈਗੀ ਤਾਂ ਉੱਥੇ ਅਸੀਂ ਦ ਲਾਵਾਂਗੇ, ਅਦਰਵਾਈਜ਼ ਅਸੀਂ ਦ ਨਹੀਂ ਲਾਵਾਂਗੇ, ਰਾਈਟ। ਸੋ ਦੈਟਸ ਆਲ ਫॉर ਟੂਡੇਜ਼ lecture. I hope you are enjoying the classes.